ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਕਰ ਸਕਦੇ ਹੋ ਸੰਪਰਕ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਵੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਪਹਿਲਾਂ ਤਾਂ ਇਹੀ ਰੇੜਕਾ ਚੱਲ ਰਿਹਾ ਹੈ ਵੀ ਭਾਈ ਗੁਰੂ ਸਾਹਿਬਾਨਾਂ ਦੇ ਜਦੋਂ ਦਿਨ ਮਨਾਏ ਜਾਂਦੇ ਨੇ ਤਾਂ ਉਸ ਦਾ ਜਿਹੜਾ ਨੋਮੀਕਲੇਚਰ ਕੀਤਾ ਗਿਆ ਹੈ ਕੇਂਦਰ ਦੇ ਵੱਲੋਂ, ਇਸ ਨੂੰ ਵੀਰ ਬਾਲ ਦਿਵਸ ਦੇ ਨਾਂ ਤੇ ਮਨਾਇਆ ਜਾਂਦਾ ਹੈ। ਪੰਜਾਬ ਦੇ ਵਿੱਚੋਂ ਵੱਖ-ਵੱਖ ਲੋਕਾਂ ਦੇ ਵੱਲੋਂ ਇਸ ਨੂੰ ਇਤਰਾਜ਼ ਇਸ ਦੇ ਖਿਲਾਫ ਦਰਜ ਕਰਾਇਆ ਗਿਆ ਵੀ ਭਾਈ ਵੀਰ ਬਾਲ ਨਹੀਂ ਕਹਿਣਾ। ਤੇ ਉਸ ਤੋਂ ਬਾਅਦ ਵੀ ਜੇ ਹੁਣ ਗੱਲ ਕਰੀਏ ਤਾਂ ਅੱਗੇ ਪੋਸਟਰ ਵੀ ਜਾਰੀ ਹੋਈ ਜਾਂਦੇ ਨੇ। ਇੱਕ ਪੋਸਟਰ ਮੈਂ ਬੀਜੇਪੀ ਦਾ ਦੇਖ ਰਿਹਾ ਸੀ, ਉਹ ਨਮਨ ਕਰਦਿਆਂ ਹੋਇਆਂ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਜਿਹੜੀਆਂ ਕਾਰਟੂਨ ਦੇ ਰੂਪ 'ਚ ਬਣਾਈਆਂ ਨੇ। ਰਾਜਨੀਤੀ ਉਸ ਤੇ ਵੀ ਗਰਮਾਈ ਹੋਈ ਹੈ। ਇਹ ਪਹਿਲਾਂ ਵਾਲੇ ਮਾਮਲੇ ਸੋਲਵ ਨਹੀਂ ਹੁੰਦੇ, ਅੱਗੇ ਨਵੀਂ ਚਿੰਜੜੀ ਛੇੜ ਕੇ ਬਹਿ ਜਾਂਦੇ ਨੇ। ਕੀ ਸਵਾਦ ਆਉਂਦਾ ਜੀ ਇਹਨਾਂ ਨੂੰ ਕੋਈ? ਦੇਖੋ, ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਵੈਸੇ ਨਾ ਹੁਣ ਫਿਤਰਤ ਬਣ ਗਈ ਆ। ਜੀ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਕਿ ਜੋ ਕੇਂਦਰ ਦਾ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਹੈ, ਜੀ ਉਸਨੇ 26 ਜਨਵਰੀ ਨੂੰ ਮਨਾਏ ਜਾਣ ਵਾਲੇ ਵੀਰ ਬਾਲ ਦਿਵਸ ਦਾ ਪੋਸਟਰ ਜਾਰੀ ਕਰ ਦਿੱਤਾ। ਪ੍ਰੈਸ ਇਨਫੋਰਮੇਸ਼ਨ ਬਿਊਰੋ, ਗਵਰਨਮੈਂਟ ਜੀ ਆਫ ਪੰਜਾਬ, ਉਹਦੇ ਪੇਜ ਤੇ ਪਾਇਆ। ਉਹਦੇ ਵਿੱਚ ਕੀ ਲਿਖਿਆ? जब नन्हे सपनों को उड़ान मिलती है, राष्ट्र प्रगति करता है। उन सपनों को उत्सव है, उन सपनों का उत्सव है वीर बाल दिवस 26 ਦਸੰਬਰ 2025। ਜੀ ਹੁਣ ਤੁਸੀਂ ਇਹ ਵੇਖੋ ਕਿ ਇਹਨੂੰ ਵੀ ਵੀਰ ਬਾਲ ਦਿਵਸ ਦੇ ਨਾਲ ਜੋੜ ਦਿੱਤਾ ਗਿਆ ਹੈ। ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੜਕੂ ਸੀ, ਇਹੀ ਕਿਤੇ ਨਾ ਕਿਤੇ ਤੌਖਲਾ ਸੀ ਕਿ ਇਹ ਚੀਜ਼ਾਂ ਅੱਗੇ ਜਾ ਕੇ ਮੁਸ਼ਕਲ ਦਾ ਸਬਬ ਬਣ ਸਕਦੀਆਂ ਨੇ ਗੁਰਫਰੀਦ। ਕਿਉਂਕਿ ਸ਼ੁਰੂ ਤੋਂ ਹੀ ਇਸ ਨਾਂ ਤੇ ਕੰਟਰੋਵਰਸੀ ਜੇ ਸੀ ਤਾਂ ਉਹ ਇਸੇ ਗੱਲੋਂ ਹੀ ਸੀਗੀ ਕਿ ਜੀ ਭਾਈ ਕਿਤੇ ਨਾ ਕਿਤੇ ਇਹ ਕੰਮ ਅੱਗੇ ਜਾ ਕੇ ਔਖਾ ਹੋ ਸਕਦਾ। ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਜੀ ਕਿ ਦੇਖੋ ਸ਼ਰਾਰਤ ਕਰ ਗਿਆ ਜੀ। ਕੋਈ ਸ਼ਰਾਰਤ ਐਵੇਂ ਕਰ ਗਿਆ? ਮੈਨੂੰ ਦੱਸੋ, ਸ਼ਰਾਰਤ ਕੌਣ ਕਰ ਗਿਆ ਜੀ? ਜੀ ਇਹਨਾਂ ਨੇ ਅੱਜ ਲਾਗ ਲਪੇਟ ਜਿਹਾ ਕੀਤਾ ਹੈ। ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ ਕਿ ਅਸੀਂ ਇਹ ਕਰਦੇ ਹਾਂ ਜੀ, ਵਾਹ ਕਰਦੇ ਹਾਂ ਇਸ ਦਿਹਾੜੇ ਤੇ। ਪਰ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਇਹਨਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਸੀਗਾ, ਸ਼ਾਇਦ ਇਹਨਾਂ ਦੇ ਅਧਿਕਾਰਤ ਪੇਜ ਤੋਂ ਹੋਇਆ ਹੋ। ਜੀ ਤੁਸ਼ਟੀਕਰਨ ਵਾਲਾ ਹੀ ਕਹਿ ਰਹੇ ਸੀਗੇ ਨਾ ਤੁਸੀਂ? ਮੈਂ ਦੇਖਿਆ ਤਾਂ ਨਹੀਂ, ਮੈਂ ਪੜ੍ਹਿਆ ਸੀ ਜੀ ਕਿਤੇ ਕਿ ਫਰਕ ਜੀ ਜੀ ਸਾਫ਼ ਹੈ। ਤੁਸ਼ਟੀਕਰਨ ਦੇ ਅੱਗੇ ਨਤਮਸਤਕ ਸੀ ਸਰਕਾਰਾਂ, ਕੁਛ ਇਸ ਤਰ੍ਹਾਂ ਕਰਕੇ। ਤਾਂ ਕਾਂਗਰਸ ਨੂੰ ਹੱਥ ਜੋੜਦੇ ਦਿਖਾਇਆ ਗਿਆ, ਉਹਦੇ ਚ ਕੁਛ ਇਸ ਤਰ੍ਹਾਂ ਦਾ ਉਹ ਸੀ। ਮਤਲਬ ਕਿ ਇਹ ਜਿਹੜਾ ਪੋਸਟਰ ਸੀਗਾ ਉਹਦੇ ਥੱਲੇ ਕਿਤੇ ਮਤਲਬ ਕਿ ਗੁਰੂ ਸਾਹਿਬ ਦੇ ਕਾਰਟੂਨ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਸੀਗਾ। ਜੀ ਤਾਂ ਇੱਥੋਂ ਰੌਲਾ ਪੈ ਗਿਆ, ਫਿਰ ਇਸ ਨੂੰ ਰਿਮੂਵ ਕਰ ਦਿੱਤਾ ਗਿਆ, ਡਿਲੀਟ ਕਰ ਦਿੱਤਾ ਗਿਆ। ਹੁਣ ਜੀ ਜੋ ਮਰਜ਼ੀ ਹੈ ਗੁਰਪ੍ਰੀਤ, ਮੈਂ ਵਾਰ-ਵਾਰ ਕਹਿੰਦਾ ਕਿ ਦੇਖੋ ਇਹ ਮਾਮਲਾ ਜਿਹੜਾ ਹੈ ਨਾ, ਉਹ ਨਰਿੰਦਰ ਮੋਦੀ ਹੋਰਾਂ ਦੇ ਕੰਨਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ? ਤੇ ਦੂਜੀ ਗੱਲ ਇਹ ਕਿ ਹੁਣ ਸਿੱਖ ਕੌਮ ਦੇ ਕੋਲ ਆਪਣਾ ਇੱਕ ਤਰਕ ਆਧਾਰ ਵੀ ਹੈ ਕਿ ਜੀ ਤੁਸੀਂ ਵੀ ਬਾਲ ਦਿਵਸ ਨੂੰ ਕਨਫਿਊਜ਼ ਕਰ ਰਹੇ ਹੋ ਕਿ ਇੱਕ ਵੱਖਰੀ ਕਿਸਮ ਦਾ ਇਹ ਮਤਲਬ ਕਿ ਬਾਲ ਦਿਹਾੜੇ ਦੇ ਤੌਰ ਤੇ। ਜੀ ਇਹਦੇ ਵਿੱਚ ਮੈਂ ਉਦੋਂ ਵੀ ਕਿਹਾ ਸੀਗਾ ਕਿ ਹਿੰਦੀ ਦੇ ਸ਼ਬਦ
ਰਾਮ ਨਾਲ ਚਲੋ ਦਿਵਸ ਤਾਂ ਨਹੀਂ, ਬਾਕੀ ਜਿਹੜੇ ਉਹ ਬਦਲੇ ਜਾ ਸਕਦੇ। ਸਾਹਿਬਜ਼ਾਦੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਹਿੰਦੀ ਭਾਸ਼ਾਈ ਇਲਾਕੇ ਵਾਲੇ ਅੱਜ ਵੀ ਸਾਹਿਬਜ਼ਾਦੇ ਹੀ ਕਹਿੰਦੇ ਆ, ਗੁਰੂ ਜੀ, ਸਾਹਿਬਾਨ ਦੇ ਸਾਹਿਬਜ਼ਾਦੇ ਕਹਿੰਦੇ ਆ। ਸ਼ਹੀਦ ਅੱਜ ਵੀ ਹਿੰਦੀ ਚ ਜਵਾਨ ਜਦੋਂ ਵੀ ਕੋਈ ਸ਼ਹੀਦ ਹੋ ਜਾਂਦਾ ਬਾਰਡਰ ਤੇ ਤਾਂ ਉਸਨੂੰ ਸ਼ਹੀਦ ਹੀ ਲਿਖਿਆ ਜਾਂਦਾ ਹੈ। ਤਾਂ ਮੇਰੇ ਖਿਆਲ ਦੇ ਜੀ, ਨਾਲ ਪ੍ਰੋਬਲਮ ਨਹੀਂ, ਪਰ ਇਹ ਜੋ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਇੱਕ ਏਜੰਡਾ ਹੈ, ਇਸ ਤਰ੍ਹਾਂ ਕਰਕੇ ਮਤਲਬ ਕਿ ਚੀਜ਼ਾਂ ਨੂੰ ਮਿਸ਼ਰਤ ਕਰ ਦੇਣਾ, ਇੱਕ ਖਾਸ ਵਿਚਾਰਧਾਰਾ ਦਾ ਰੰਗ ਮੁਲੰਮਾ ਉਹਦੇ ਤੇ ਚੜਾ ਦੇਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਜਦੋਂ ਇਹਨਾਂ ਵਾਸਤੇ ਪੁੱਠੀਆਂ ਪੈਂਦੀਆਂ ਫਿਰ ਉਦੋਂ ਇਹਨਾਂ ਨੂੰ ਸੁਰਤ ਆਉਂਦੀ ਆ। ਤੇ ਇਹਨਾਂ ਦੇ ਜਿਹੜੇ ਸਿੱਖ ਲੀਡਰ ਆ ਹੁਣ ਸਮਝਾਉਂਦੇ ਕਿਉਂ ਨਹੀਂ, ਕਿਉਂਕਿ ਇਹਦੇ ਚ ਇੱਕ ਵਿਵਾਦ ਹੋਰ ਵੀ ਨਿਕਲਿਆ ਕਿ ਭਾਜਪਾ ਦੇ ਜਿਹੜੇ ਅੱਜ ਇੱਕ ਲੀਡਰ ਨੇ ਬਲੀਆਵਾਲ, ਉਹ ਕਹਿੰਦੇ ਆ ਜੀ, ਕਿ ਇਹ ਜਿਹੜਾ ਨਾਂ ਸੁਜੈਸਟ ਕੀਤਾ ਸੀ ਲਿਖਤੀ ਤੌਰ ਤੇ ਜਾਂ ਪ੍ਰਵਾਨ ਕੀਤਾ ਸੀਗਾ, ਉਹ ਜੀ, ਅਕਾਲੀ ਦਲ ਦੀ ਸਰਕਾਰ ਵੇਲੇ ਇਹਨਾਂ ਦੀ ਚਿੱਠੀ ਦੇ ਆਧਾਰ ਤੇ ਹੀ ਲਿਖਿਆ ਸੀ। ਯਾਨੀ ਜੀ, ਸਾਨੂੰ ਇੱਕ ਤੇ ਸਾਰੇ ਤੱਥ ਜਿਹੜੇ ਆ ਉਜਾਗਰ ਕਰਕੇ ਸਪਸ਼ਟ ਕਰਕੇ ਦੱਸਣੇ ਚਾਹੀਦੇ ਆ। ਤੇ ਦੂਸਰੀ ਗੱਲ ਗੁਰਪ੍ਰੀਤ ਇਹ ਆ ਕਿ ਹੁਣ ਇਹ ਵੇਲਾ ਹੈ ਕਿ ਇਸ ਨਾਂ ਨੂੰ ਬਦਲਾ ਲਿਆ ਜਾਵੇ, ਕਿਉਂਕਿ ਤੁਸੀਂ ਦੇਖੋ ਕਿ ਦੋ ਤਿੰਨ ਚੀਜ਼ਾਂ ਉੱਤੋਂ ਥੱਲੇ ਹੀ ਹੋ ਗਈਆਂ ਨੇ। ਤੇ ਮੇਰੇ ਖਿਆਲ ਨਾਲ ਇਹ ਹੁਣ ਮੌਕਾ ਹੈ ਕਿ ਜਿਹੜੇ ਲਾਲਪੁਰਾ ਸਾਹਿਬ ਆ ਜਾਂ ਸਿਰਸਾ ਸਾਹਿਬ ਆ, ਇਹਨਾਂ ਸਿੱਖ ਲੀਡਰਾਂ ਨੂੰ ਅੱਗੇ ਲਾ ਕੇ ਇਹ ਮਸਲਾ ਹੱਲ ਕਰਾਇਆ ਜਾਣਾ ਚਾਹੀਦਾ। ਤੇ ਜਿਹੜੇ ਲੋਕਾਂ ਦੇ ਤੌਖਲੇ ਸੀ ਉਹ ਬਿਲਕੁਲ ਸਹੀ ਸਾਬਤ ਹੋਇਆ ਕਿ ਠੀਕ ਆ, ਨਰਿੰਦਰ ਮੋਦੀ ਜੀ ਇੱਕ ਸਮਰਪਿਤ ਦਿਹਾੜਾ ਜੇ ਰੱਖ ਰਹੇ ਨੇ ਤਾਂ ਠੀਕ ਆ, ਜੀ, ਪਰ ਜਿਹੜੀ ਮਨਸ਼ਾ ਉਹਨਾਂ ਦੀ ਨਜ਼ਰ ਆਈ ਆ ਹੁਣ ਲੁਕਵੇਂ ਤੌਰ ਤੇ, ਤਾਂ ਇਹ ਮੇਰੇ ਖਿਆਲ ਨਾਲ ਬਹੁਤ ਘਟੀਆ ਗੱਲ ਆ। ਹੁਣ ਸਾਰੇ ਹੀ ਇਹਨਾਂ ਨੂੰ ਘੇਰ ਕੇ ਬੈਠੇ ਆ, ਕਾਂਗਰਸ ਨੇ ਵੀ ਘੇਰਿਆ, ਆਮ ਆਦਮੀ ਪਾਰਟੀ ਨੇ ਵੀ ਘੇਰਿਆ, ਪਰ ਜਿਹੜੀ ਇਹਨਾਂ ਦੀ ਸਫਾਈ ਆ ਬਿਲਕੁਲ ਮੈਂ ਕਹੂੰਗਾ ਕਿ ਜਿਵੇਂ ਬੰਦਾ ਕੋਈ ਹੁੰਦਾ ਨਾ ਨਿਰਲੱਜ, ਨਿਲੱਜ ਨੇ ਵੇ ਜੀ, ਨਲੱਜਿਆ ਨਲੱਜ ਤੈਨੂੰ ਆਉਣੀ ਨੇ, ਤਾਂ ਮਤਲਬ ਕਿ ਹੋਰ ਹੀ ਪਾਸੇ ਦੀ ਸਫਾਈ ਹੈ। ਤੁਸੀਂ ਸਪਸ਼ਟ ਕਹੋ ਕਿ ਅਸੀਂ ਮਾਫੀ ਮੰਗਦੇ, ਸਾਡੇ ਤੋਂ ਗਲਤੀ ਹੋਈ ਆ, ਪਰ ਇਹਨਾਂ ਦੀ ਮਾਫੀ ਵੀ ਨਹੀਂ ਆਉਣੀ, ਇਹਨਾਂ ਦੀ ਕਦੇ ਇਹਦੇ ਚ ਸਪਸ਼ਟਤਾ ਵੀ ਨਹੀਂ ਆਉਣੀ। ਜੇ ਆਇਆ ਤੇ ਯੂ ਟਰਨ ਆ ਸਕਦਾ, ਉਹ ਵੀ ਜੇ ਚੰਗਾ ਦਬਾਅ ਬਣੇਗਾ ਤਾਂ ਫਿਰ ਨਰਿੰਦਰ ਮੋਦੀ ਕੋਈ ਨਾ ਕੁਝ ਕਰਨਗੇ। ਜੀ। ਸੋ ਵੇਖਦੇ ਹਾਂ ਹੁਣ ਕਦੋਂ ਜਾ ਕੇ ਦਬਾਅ ਬਣਦਾ ਹੈ, ਕਿਉਂਕਿ ਇਹ ਹੁਣ ਆਪਾਂ ਦਿਨ ਉਹ ਵਾਲੇ ਮਨਾ ਰਹੇ ਹਾਂ, ਉਹ ਲੰਘ ਰਹੇ ਹਾਂ। ਸਥਿਤੀ ਤਾਂ ਜੇ ਹੁਣ ਸਪਸ਼ਟ ਹੁੰਦੀ ਤਾਂ ਹੁੰਦੀ, ਪਰ ਇੱਥੇ ਵੀ ਆਰਡਰ ਆਏ ਨੇ ਪੰਜਾਬ ਸਰਕਾਰ ਨੂੰ, ਇਹ ਵੀ ਉਦਾਂ ਹੀ ਪੂਰੀ ਜਾਂਦੇ ਨੇ, ਕੋਈ ਗੱਲ ਕਰਕੇ ਰਾਜੀ ਨਹੀਂ। ਚਲੋ ਅੱਗੇ ਚੱਲਦੇ ਹਾਂ। ਉਧਰ ਪੰਜਾਬੀ ਗਾਇਕ ਨੂਰੀ ਨੂੰ ਵੀ ਧਮਕੀ ਆਈ ਹੈ ਜੀ। ਇਹ ਕੰਮ ਤੁਰ ਕਿੱਧਰ ਨੂੰ ਪਿਆ? ਇੱਕ ਤਾਂ ਮੰਨਿਆ ਜਾਂਦਾ ਵੀ ਜਿਹੜੇ ਇਸ ਸਮੇਂ ਸਿਖਰ ਤੇ ਕਲਾਕਾਰ ਨੇ ਉਹਨਾਂ ਦੀ ਗੁੱਡੀ ਚੜੀ ਹੋਈ ਹੈ, ਵੀ ਚਲੋ ਉਹਨਾਂ ਤੋਂ ਤਾਂ ਬੰਦਾ ਕਹਿੰਦਾ ਵੀ 4 ਛਿੱਲੜ ਵੱਧ ਹੋਣਗੇ ਵੀ ਇਹਨੂੰ ਨੱਪੋ, ਪਰ ਇਹ ਕੀ ਜੀ? ਹਾਂਜੀ ਬਿਲਕੁਲ, ਮੈਂ ਵੀ ਇਸ ਗੱਲ ਤੋਂ ਬੜਾ ਹੈਰਾਨ ਹੋ ਗਿਆ ਕਿ ਥ੍ਰੈਟ ਕਾਲ ਆਈ ਆ, ਉਹ ਵੀ ਉਸ ਕਲਾਕਾਰ ਨੂੰ ਜਿਹੜੀ ਕਿ ਤੁਹਾਨੂੰ ਪਤਾ ਹੀ ਆ ਆਪਣਾ ਜੀਵਨ ਸਾਥੀ ਗਵਾ ਚੁੱਕੀ ਆ, ਜਿਹੜੀ ਜੀ, ਕਿ ਹੁਣ ਲਗਭਗ ਗਾਇਕੀ ਤੋਂ ਦੂਰ ਆ। ਐਕਟਿੰਗ ਜ਼ਰੂਰ ਨੂਰੀ ਕਰਦੇ ਆ ਥੋੜੀ ਬਹੁਤ, ਪਰ ਜ਼ਿਆਦਾ ਨਹੀਂ। ਤਾਂ ਗੱਲ ਇਹ ਆ ਕਿ ਹੁਣ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ, ਕਿਉਂਕਿ ਇਸ ਥ੍ਰੈਟ ਦੇ ਵਿੱਚ ਜੋ ਮੀਡੀਆ ਨੇ ਕਵਰ ਕੀਤਾ ਉਹ ਜੀ, ਇਹ ਕਿਹਾ ਗਿਆ ਕਿ ਆਪਦੇ ਬੇਟੇ ਨੂੰ ਸੰਗੀਤ ਤੋਂ ਦੂਰ ਕਰੇ, ਗਾਣਿਆਂ ਦਾ ਕੰਮ ਬੰਦ ਨਾ ਕਰਨ ਤੇ ਗੰਭੀਰ ਪ੍ਰਣਾਮ ਜਿਹੜੇ ਆ ਉਹ ਭੁਗਤਣੇ ਪੈਣਗੇ, ਚੇਤਾਵਨੀ ਜੀ, ਦਿੱਤੀ ਗਈ ਆ। ਇਹ WhatsApp ਕਾਲ ਆਈ ਆ ਤੇ ਦੱਸਦੇ ਆ ਕਿ ਪਰਿਵਾਰ ਜਿਹੜਾ ਉਹ ਸਹਿਮ ਗਿਆ। ਇਸਨੇ ਕੋਈ ਜਿਹੜਾ ਦੋਸ਼ੀ ਆ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਿਆ ਹੈ ਹੂੰ, ਤੇ ਨਾਲ ਕਿਹਾ ਕਿ ਜੇ ਤੇਰਾ ਬੇਟਾ ਜੋ ਸੰਗੀਤ ਖੇਤਰ ਦੇ ਵਿੱਚ ਸਰਗਰਮ ਹੈ ਆਪਣਾ ਕੰਮ ਬੰਦ ਨਹੀਂ ਕਰਦਾ ਤਾਂ ਪਰਿਵਾਰ ਨੂੰ ਅੰਜਾਮ ਭੁਗਤਣਾ ਪਵੇਗਾ। ਪਰਿਵਾਰ ਹੁਣ ਡਰਿਆ, ਪੁਲਿਸ ਦੇ ਕੋਲ ਗਿਆ। ਤੇ ਗੱਲ ਇਹ ਆ ਕਿ ਡੀਐਸਪੀ ਜਿਹੜੇ ਆ ਉਹਨਾਂ ਨੇ ਅਧਿਕਾਰਤ ਤੌਰ ਤੇ ਇੱਕੋ ਬਿਆਨ ਦਿੱਤਾ, ਮੋਹਿਤ ਸਿੰਗਲਾ ਜੀ ਨੇ, ਕਿ ਅਸੀਂ ਇਸ ਮੁਤਲਕ ਜਾਂਚ ਪੜਤਾਲ ਕਰ ਰਹੇ ਹਾਂ ਤੇ ਜਿਹੜਾ ਵੀ ਦੋਸ਼ੀ ਆ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਅੱਛਾ, ਹੁਣ ਗੱਲ ਜਿਹੜੀ ਆ ਨਾ ਉਹ ਇਹ ਆ ਕਿ ਬਈ ਅਮਰ ਨੂਰੀ ਨੂੰ ਮਤਲਬ ਇਸ ਤਰ੍ਹਾਂ ਧਮਕੀ, ਔਰ ਅੱਛਾ ਜੇ ਤੁਸੀਂ ਨੂਰੀ ਦੇ ਬੇਟਿਆਂ ਦੀ ਗੱਲ ਵੇਖੋਗੇ ਤਾਂ ਨੂਰੀ ਦੇ ਬੇਟਿਆਂ ਦੀ ਵੀ ਕੋਈ ਜ਼ਿਆਦਾ ਪਹਿਚਾਣ ਨਹੀਂ ਹੈ, ਸਿਵਾਏ ਇਸ ਗੱਲ ਤੋਂ ਕਿ ਸਰਦੂਲ ਸਿਕੰਦਰ ਦੇ ਲੜਕੇ ਨੇ। ਐਦੋਂ ਵੱਡੀ ਤੇ ਕੋਈ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਕੋਲ ਕੋਈ ਮੱਲ ਹੈ। ਹਾਲਾਂਕਿ ਜੀ, ਸੰਗੀਤ ਮਿਊਜ਼ਿਕ ਤਾਂ ਬਈ ਇਸ ਫੈਮਿਲੀ ਦੇ ਖੂਨ ਦੇ ਵਿੱਚ ਆ, ਰਗ ਰਗ 'ਚ ਆ, ਮੈਂ ਉਹਦੇ ਤੋਂ ਤਾਂ ਕਿਤੇ ਮੁਨਕਰ ਹੋ ਹੀ ਨਹੀਂ ਸਕਦਾ। ਪਰੰਤੂ
ਹਾਲੇ ਜਿਹੜਾ ਸਰਦੂਲ ਸਿਕੰਦਰ ਦੇ ਮੁੰਡਿਆਂ ਦਾ ਜਾਂ ਬੱਚਿਆਂ ਦਾ ਕੋਈ ਟਾਈਮ ਨਹੀਂ ਆਇਆ। ਇਹ ਜੀ, ਵੀ ਇੱਕ ਫੈਕਟ ਹੈ। ਅੱਛਾ, ਫਿਰ ਕਿ ਉਹ ਹਾਲੇ ਆਉਣਾ ਹੈ, ਉਹਨਾਂ ਨੇ ਸਥਾਪਿਤ ਹੋਣਾ ਹੈ, ਜਾਂ ਜਦੋਜਹਿਦ ਉਹਨਾਂ ਦੀ ਚੱਲ ਰਹੀ ਹੋਏਗੀ, ਜਾਂ ਥੋੜਾ ਬਹੁਤਾ ਉਹ ਸਰਗਰਮ ਹੋਏ ਹੋਣਗੇ, ਤਾਂ ਫਿਰ ਉਹਦਾ ਡਰ ਕਿਸ ਨੂੰ ਹੈ? ਕਿ ਗੁਰਪ੍ਰੀਤ, ਜੀ, ਇਹ ਮਿਊਜ਼ਿਕ ਇੰਡਸਟਰੀ ਦੀ ਕੋਈ ਆਪਸੀ ਲੜਾਈ ਤਾਂ ਨਹੀਂ, ਨਿੱਜੀ ਜੀ, ਰੰਜਿਸ਼ ਤਾਂ ਨਹੀਂ, ਕੋਈ ਜੀ, ਕੰਟਰੈਕਟ ਜਾਂ ਬੌਂਡ ਕਰਨ ਦਾ ਵੀ ਅੱਜ ਕੱਲ ਬੜਾ ਰੌਲਾ ਚੱਲਦਾ ਹੈ ਜੀ, ਬੜਾ ਹੀ ਰੌਲਾ ਚੱਲਦਾ ਇਹਦੇ ਵਿੱਚ ਵੀ, ਕੁਝ ਐਸਾ ਵੈਸਾ ਤਾਂ ਨਹੀਂ। ਪਰ ਜੀ, ਜਦੋਂ ਤੱਕ ਪੁਲਿਸ ਕੋਈ ਅਧਿਕਾਰਤ ਤੌਰ ਤੇ ਤਸਦੀਕ ਨਹੀਂ ਕਰਦੀ ਕਿਸੇ ਕਿਸਮ ਦੀ ਗੱਲ ਕਿ ਹਾਂ ਵਾਕਿਆ ਜੀ ਇਹੋ ਵਾਪਰਿਆ, ਤਾਂ ਮੇਰੇ ਖਿਆਲ ਦੇ ਨਾਲ ਅਸੀਂ ਕੋਈ ਜ਼ਿਆਦਾ ਗੱਲ ਨਾ ਕਹਿੰਦੇ ਹੋਏ ਇੰਨੀ ਅਪੀਲ ਜ਼ਰੂਰ ਕਰਾਂਗੇ ਕਿ ਭਾਈ, ਪਰਿਵਾਰ ਦੀ ਸੇਫਟੀ, ਸਿਕਿਉਰਿਟੀ, ਜਾਨ ਮਾਲ ਦਾ ਜੋ ਵੀ ਹਿਫਾਜ਼ਤ ਦਾ ਜ਼ਿੰਮਾ ਹੈ, ਉਹ ਮੁਕੰਮਲ ਤੌਰ ਤੇ ਨਿਭਾਇਆ ਜਾਣਾ ਚਾਹੀਦਾ। ਪਰ ਪੰਜਾਬ ਦਾ ਜਿਸ ਤਰ੍ਹਾਂ ਤੁਸੀਂ ਹਾਲ ਇੱਕ ਫਿਕਰੇ ਚ ਬਿਆਨਿਆ ਕਿ ਗੱਲ ਕਿੱਧਰ ਨੂੰ ਹੋ ਤੁਰੀ ਆ, ਤੇ ਉਹ ਤੇ ਗੁਰਪ੍ਰੀਤ ਇਸ ਤਰ੍ਹਾਂ ਦੀ ਆ ਕਿ ਜੇ ਮੇਰੇ ਖਿਆਲ ਦੇ ਨਾਲ ਕੋਈ ਕੁਲਫੀਆਂ ਵਾਲਾ ਕੁਲਫੀ ਨਾ ਕਿਸੇ ਨੂੰ ਉਧਾਰ ਦੇਵੇ, ਤੇ ਹੋ ਸਕਦਾ ਕਿ ਸ਼ਾਮੀ ਉਹਨੂੰ ਵੀ ਥ੍ਰੈਟ ਆ ਜਾਵੇ ਕਿ ਕੱਲ ਜੀ, ਨੂੰ ਰੇੜੀ ਲੈ ਕੇ ਜੇ ਤੂੰ ਬਾਹਰ ਨਿਕਲਿਆ ਤੇ ਸਮਝ ਲੈ ਕਿ ਰੇੜੀ ਤਾਂ ਵਾਪਸ ਆ ਜਾਏਗੀ, ਤੂੰ ਆਏਗਾ ਜ਼ਰੂਰ ਪਰ ਰੇੜੀ ਦੇ ਉੱਤੇ ਲੰਮਾ ਪਾ ਕੇ ਭੇਜਾਂਗੇ। ਮਤਲਬ ਕਿ ਜੀ, ਇਸ ਤਰ੍ਹਾਂ ਦੀ ਹਾਲਤ ਹੋਈ ਪਈ ਆ। ਤੁਸੀਂ ਵੇਖੋ ਨਾ, ਅੱਜ ਸ਼ਾਇਦ ਇੱਕ ਕਾਂਗਰਸੀ ਲੀਡਰ ਨੂੰ ਵੀ ਗੋਲੀ ਮਾਰੀ ਗਈ ਆ, ਜੀ, ਜੀ, ਜ਼ਖਮੀ ਹਾਲਤ ਦੇ ਵਿੱਚ, ਔਰ ਘਰ ਵੜ ਕੇ ਮਾਰੀ ਗਈ ਆ। ਹੂੰ, ਗੋਲੀ ਚੱਲਣੀ ਆਮ ਗੱਲ ਹੈ, ਆਮ ਗੱਲ ਹੈ, ਫੋਲੋ ਕੀਤਾ ਜਾ ਰਿਹਾ, ਰੇਕੀ ਹੋ ਰਹੀ ਆ, ਥ੍ਰੈਟ ਹੋ ਰਹੀ ਆ। ਮਤਲਬ ਕਿ ਇਦਾਂ ਲੱਗਦਾ ਹੈ, ਮੈਂ ਆਪਣੀ ਸੰਭਾਲਾ ਦੇ ਵਿੱਚ ਬੜੇ ਦੌਰ ਵੇਖੇ ਨੇ, ਜੀ, ਖਾੜਕੂਵਾਦ ਤੋਂ ਲੈ ਕੇ ਮੁਕਾਬਲਿਆਂ ਦੇ, ਤੇ ਬਹੁਤ ਦੌਰ ਵੇਖੇ ਆ ਅਸੀਂ। ਉਹ ਦੌਰ ਵੇਖੇ ਆ ਜਦੋਂ ਇਹਨਾਂ ਦਿਨਾਂ ਦੇ ਵਿੱਚ 6 6:30 ਤੋਂ ਬਾਅਦ ਮੁਕੰਮਲ ਬੰਦ ਹੁੰਦਾ ਸੀ। ਪਰ ਜੀ, ਮੇਰੇ ਖਿਆਲ ਦੇ ਨਾਲ ਦਿਨ ਦੇ ਵਿੱਚ ਦਿਨ ਦੀਵੀਂ ਇੰਨਾ ਖੌਫ ਕਦੇ ਜ਼ਿੰਦਗੀ 'ਚ ਨਹੀਂ ਸੀ ਵੇਖਿਆ ਕਿ ਅੱਜ ਜੀ, ਕੋਈ ਬੰਦਾ ਕੰਮਕਾਰ ਨੂੰ ਨਿਕਲਦਾ ਹੈ, ਕੋਈ ਬੰਦਾ ਸਫ਼ਰ ਨੂੰ ਨਿਕਲਦਾ ਹੈ, ਤਾਂ ਉਹਦੀ ਇੱਕੋ ਚਿੰਤਾ ਹੁੰਦੀ ਹੈ ਕਿ ਕੁਝ ਹੋ ਨਾ ਜਾਵੇ। ਜੀ, ਇਹ ਮਾਹੌਲ ਹੈ ਇਸ ਵਕਤ ਮੇਰੇ ਪੰਜਾਬ ਦਾ। ਪੰਜਾਬ ਦੇ ਹੂੰ, ਲੋਕਾਂ ਦਾ ਸਹਿਮ ਇਸ ਪੈਮਾਨੇ ਤੇ ਹੈ ਸਾਹਿਬ, ਪਰ ਜੀ, ਕਰਨ ਵਾਲੇ ਕੁਝ ਨਹੀਂ ਕਰ ਸਕਦੇ। ਉਹ ਤੇ ਮੇਰੇ ਖਿਆਲ ਦੇ ਨਾਲ ਸਵਾਏ ਜੁਮਲਿਆਂ ਤੋਂ, ਸਵਾਏ ਲਤੀਫਿਆਂ ਤੋਂ, ਉਹਨਾਂ ਨੇ ਤੇ ਏਦਾਂ ਲੱਗਦਾ ਕਿ ਹੁਣ ਸਾਰਾ ਕੰਮ ਛੱਡਤਾ ਹੈ ਕਿ ਜੀ, ਭਾਸ਼ਣ ਕਰਾ ਲਓ, ਲਤੀਫੇ ਸੁਣ ਲਓ, ਇਲਜ਼ਾਮ ਲਾ ਲਓ ਇੱਕ ਦੂਜੇ ਤੇ, ਜਿਵੇਂ ਮੋਦੀ ਸਾਰਾ ਕੁਝ ਨਹਿਰੂ ਤੇ ਮੜ ਦਿੰਦਾ ਹੈ, ਉਹ ਦੂਜਿਆਂ ਤੇ ਜੋ ਕਹਾਉਣਾ ਕਹਾ ਲਓ, ਪਰ ਜੀ, ਆਪਣੀ ਜ਼ਿੰਮੇਵਾਰੀ ਉੱਠਣ ਤੇ ਉਹ ਭੱਜ ਜਾਂਦੇ ਨੇ, ਨੱਸ ਜਾਂਦੇ ਨੇ ਜੀ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਸੁਖਬੀਰ ਬਾਦਲ ਹੁਣੀ ਕਹਿੰਦੇ ਵੀ ਮੈਂ ਆਊਂਗਾ ਗਿੱਦੜਬਾਹੇ। ਉਹਨਾਂ ਨੇ ਤਾਂ ਕਹਿ ਤਾ ਸੀ ਵੀ ਉੱਥੋਂ ਚੋਣ ਲੜਨੀ ਹੈ, ਪਰ ਲੰਬੀ ਹੋ ਗਈ ਖਾਲੀ। ਬੜੀਆਂ ਚਰਚਾਵਾਂ ਚੱਲ ਰਹੀਆਂ ਸੀ, ਉਹਨਾਂ ਵਿੱਚੋਂ ਇੱਕ ਚਰਚਾ ਹੁਣ ਇਹ ਹੈ ਵੀ ਸੁਖਬੀਰ ਬਾਦਲ ਹੋਣਾ ਦਾ ਮੁੰਡਾ ਪੜ੍ਹਾਈ ਪੂਰੀ ਕਰਕੇ ਮਾਰੂ ਲੰਬੀ ਤੋਂ ਐਂਟਰੀ। ਦੇਖੋ ਗੁਰਪ੍ਰੀਤ, ਮੈਂ ਇਸ ਸੰਬੰਧ ਦੇ ਵਿੱਚ ਨਾ ਕੋਈ ਤਸਦੀਕ ਨਹੀਂ ਕਰ ਸਕਦਾ, ਪਰ ਚਰਚਾਵਾਂ ਜੀ, ਹੁਣ ਸੁਣੀਆਂ ਨੇ। ਅੱਜ ਹੀ ਇੱਕ ਮਤਲਬ ਕਿ ਮੰਤਰੀ ਦੀ ਟੀਮ ਚੋਂ ਕੋਈ ਬੰਦਾ ਮਿਲਿਆ ਸੀਗਾ ਖਾਸਮ ਖਾਸ, ਜੀ, ਔਰ ਬਿਲਕੁਲ ਮਤਲਬ ਕਿ ਸਾਡੇ ਇਲਾਕੇ ਦੇ ਵਿੱਚ ਵਿਚਰਨ ਵਾਲਾ ਵਿਅਕਤੀ ਸੀ ਉਹ। ਉਸਨੇ ਵੀ ਮੈਨੂੰ ਹੈਰਾਨ ਕੀਤਾ, ਸਰਪ੍ਰਾਈਜ਼ ਕੀਤਾ ਉਸਨੇ ਵੀ। ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਨਹੀਂ। ਤੇ ਦੂਜਾ, ਫਿਰ ਬਲਤੇਜ ਪੰਨੂ ਹੋਰਾਂ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਨੇ ਕਿ ਸਾਡੇ ਕੋਲ ਜਿੰਨੀ ਕੋਈ ਜਾਣਕਾਰੀ ਆ ਕਿ ਭਾਈ ਇਹਨਾਂ ਦੀ ਐਂਟਰੀ ਬਾਦਲ ਪੀੜ੍ਹੀ ਦੀ ਹੋ ਸਕਦੀ ਆ। ਜੀ, ਵੈਸੇ ਦੇਖੋ ਗੁਰਪ੍ਰੀਤ, ਅੱਜ ਤੋਂ 12-13 ਸਾਲ ਪਹਿਲਾਂ ਜਦੋਂ ਮੈਂ ਸੰਗਤ ਦਰਸ਼ਨ ਕਵਰ ਕਰਿਆ ਕਰਦਾ ਸੀਗਾ, 2-3 ਅਖਬਾਰ ਮੈਂ ਕੀਤੇ ਆਪਣੀ ਜ਼ਿੰਦਗੀ 'ਚ, ਬਹੁਤ ਕੰਮ ਕੀਤਾ ਹੈ। ਮੇਰੇ ਖਿਆਲ ਦੇ ਨਾਲ ਸੁਖਬੀਰ ਬਾਦਲ ਦੇ ਮੁੰਡੇ ਨੂੰ ਉਦੋਂ ਹੀ ਲਾਂਚ ਕਰ ਦਿੱਤਾ ਗਿਆ ਸੀਗਾ। ਇਲੈਕਸ਼ਨ ਜੀ, ਬੇਸ਼ੱਕ ਉਮਰ ਪੂਰੀ ਹੋਈ ਤੋਂ ਬਾਅਦ ਲੜਨਾ ਹੁੰਦਾ ਬੰਦੇ ਨੇ। ਕਿਉਂ? ਕਿਉਂਕਿ ਉਦੋਂ ਇਹਨਾਂ ਦੇ ਲਾਗੇ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਸੀ, ਤੇ ਮੈਂ ਇਹਨੂੰ ਮਤਲਬ ਕਿ ਇਸ ਮੁੰਡੇ ਨੂੰ ਅੱਜ ਤੋਂ 12-13 ਸਾਲ ਪਹਿਲਾਂ ਸੰਗਤ ਦਰਸ਼ਨ ਦੀ ਸਟੇਜ ਤੇ ਬਾਦਲ ਸਾਹਿਬ ਦੇ ਨਾਲ ਪਿੰਡਾਂ 'ਚ ਰੂਬਰੂ ਹੁੰਦਿਆਂ ਵੇਖਿਆ। ਮੇਰੇ ਉਸ ਜੀ, ਵੇਲੇ ਦੇ ਸਮਕਾਲੀ ਪੱਤਰਕਾਰ ਜਿਹੜੇ ਕਾਰਜਸ਼ੀਲ ਨੇ, ਸ਼ਾਇਦ ਅਸੀਂ ਉਦੋਂ ਗੱਲਾਂ ਵੀ ਕੀਤੀਆਂ ਕਿ ਲਓ ਬਾਦਲ ਕੀ ਅਗਲੀ ਪੀੜ੍ਹੀ ਆ ਗਈ ਹੈ, ਸ਼ਾਇਦ ਇਹ ਗੱਲਾਂ ਉਹਨਾਂ ਨੂੰ ਯਾਦ ਵੀ ਹੋਣਗੀਆਂ। ਜੀ, ਤਾਂ ਸਾਡੇ ਭਾ ਦਾ ਤਾਂ ਸੁਖਬੀਰ ਸਿੰਘ ਦਾ ਸਪੁੱਤਰ ਉਸ ਵੇਲੇ ਹੀ ਲਾਂਚ ਹੋ ਗਿਆ ਸੀਗਾ। ਜੀ, ਸ਼ਾਇਦ ਆਹੀ ਦਿਨ ਸੀਗੇ, ਛੁੱਟੀਆਂ ਦੇ ਟਾਈਮ ਸੀਗਾ,
ਅਨੰਤਵੀਰ ਆਪਦੇ ਦਾਦਾ ਜੀ ਦੇ ਨਾਲ ਸੰਗਤ ਦਰਸ਼ਨਾਂ ਦੇ ਵਿੱਚ ਸ਼ਾਮਲ ਹੁੰਦਾ ਰਿਹਾ। ਤਾਂ ਜੇ ਜੀ, ਇਲੈਕਸ਼ਨ, ਹੁਣ ਦੇਖੋ ਗੱਲ ਇਹ ਹੈ ਕਿ ਮੈਂ ਇਸ ਮਾਮਲੇ ਦੇ ਵਿੱਚ ਕੋਈ ਤਸਦੀਕ ਤੇ ਨਹੀਂ ਕਰ ਸਕਦਾ, ਕਿਉਂਕਿ ਥੋੜਾ ਮੈਂ ਟਾਈਮ ਲਵਾਂਗਾ। ਜਦੋਂ ਤੱਕ ਜੀ, ਕਿਸੇ ਠੋਸ ਬੰਦੇ ਦੇ ਨਾਲ ਗੱਲ ਨਹੀਂ ਹੁੰਦੀ, ਉਦੋਂ ਤੱਕ ਇਸ ਨੂੰ ਚਰਚਾ ਰੱਖ ਲਓ ਤੁਸੀਂ। ਪਰ ਮੇਰਾ ਇਹ ਮੰਨਣਾ ਹੈ, ਮੈਂ ਇਸ ਤੱਥ ਨਾਲ, ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜੇ ਮੰਨ ਲਓ ਅਗਲੀ ਪੀੜ੍ਹੀ ਨੇ ਐਂਟਰੀ ਮਾਰਨੀ ਆ, ਜੀ। ਪਰਿਵਾਰਵਾਦ, ਵੰਸ਼ਵਾਦ, ਉਹ ਦੋਸ਼ ਤਾਂ ਭਾਈ ਤੁਹਾਨੂੰ ਚੱਲਣੇ ਹੀ ਪੈਣਗੇ, ਨਿਸ਼ਾਨੇ ਤੇ ਹੂੰ, ਤੁਹਾਡੇ ਤੇ ਕੱਸਣਗੇ। ਪਰ ਮੇਰੇ ਖਿਆਲ ਦੇ ਨਾਲ ਲਾਂਚਿੰਗ ਪੈਡ ਲੰਬੀ ਤੋਂ ਸੇਫ ਨਹੀਂ ਹੈ ਇਸ ਵੇਲੇ। ਜੀ, ਮੈਂ ਮਤਲਬ ਕਿ ਆਮ ਆਦਮੀ ਪਾਰਟੀ, ਕਿਉਂਕਿ ਅਸੀਂ ਵਿਚਰਦੇ ਰਹਿੰਦੇ ਹਾਂ, ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਜਿਹੜੇ, ਔਰ ਇਹ ਨਹੀਂ ਹੈ ਕਿ ਕੋਈ ਵਰਕਰ ਮਤਲਬ ਕਿ ਕੈਡਰ ਦਾ ਨਹੀਂ, ਮੰਤਰੀ ਸੰਤਰੀ ਲੈਵਲ ਦੇ ਬੰਦਿਆਂ ਦੇ ਨਾਲ ਜਦੋਂ ਗੱਲਬਾਤ ਕਰੀਦੀ ਆ, ਤਾਂ ਉਹ ਕਹਿੰਦੇ ਵੀ 117 ਚੋਂ ਐਤਕੀ ਇੱਕ ਮਾਈਨਸ ਕਰਕੇ ਗੱਲ ਕਰਨੀ ਸ਼ੁਰੂ ਕਰੋ, ਵੀ ਇੱਕ ਜੀ, ਮਾਈਨਸ ਲੰਬੀ ਤਾਂ ਮਾਈਨਸ ਹੀ ਕਰ, ਜੀ। ਉਹਨੂੰ ਛੱਡ ਦਿਓ। ਉਹ ਹੂੰ, ਸੁਖਬੀਰ ਸਿੰਘ ਬਾਦਲ ਦੀ ਮਤਲਬ ਕਿ 1.5 ਸਾਲ ਪਹਿਲਾਂ ਹੀ ਸੀਟ ਜਿੱਤੀ ਜਾ ਚੁੱਕੀ ਹੈ। ਜੀ, ਇਹ ਗੱਲਾਂ ਆਮ ਆਦਮੀ ਪਾਰਟੀ ਵਾਲੇ ਕਰਦੇ ਨੇ ਸਾਹਿਬ। ਔਰ ਖੁੱਡੀਆਂ ਸਾਹਿਬ ਲਗਾਤਾਰ ਤੁਸੀਂ ਦੇਖ ਲਓ, 3 ਇਲੈਕਸ਼ਨ ਸਰਪੰਚੀ ਵਾਲੇ ਲਾ ਲਓ, ਉਹਦੇ ਵਿੱਚ ਵੀ ਉਹਨਾਂ ਦਾ ਜੇ ਤੁਸੀਂ ਦੇਖੋਗੇ ਪਰਫਾਰਮੈਂਸ, ਤਾਂ ਉਹ ਠੀਕ ਆ, ਉਹਨਾਂ ਨੇ ਜਿਤਾਏ। ਪਰ ਦੋ ਜੀ, ਇਲੈਕਸ਼ਨ ਪਾਰਲੀਮੈਂਟ ਵਾਲਾ ਤੇ ਆਹਾ ਜਿਹੜਾ ਲੰਘਿਆ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ, ਬਿਲਕੁਲ ਬਿਲਕੁਲ। ਤਾਂ ਮਤਲਬ ਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜੇ ਉਹਨਾਂ ਨੇ ਅਨੰਤਵੀਰ ਨੂੰ ਲਿਆਉਣਾ ਹੈ ਸੱਤਾ 'ਚ, ਜੀ, ਸੌਰੀ ਸਿਆਸਤ ਦੇ ਵਿੱਚ, ਤਾਂ ਫਿਰ ਗੁਰਪ੍ਰੀਤ ਇਹਦੋਂ ਵੱਡਾ ਤੇ ਐਦੋਂ ਸੇਫ ਲਾਂਚਿੰਗ ਪੈਡ ਨਹੀਂ। ਤੇ ਸੁਖਬੀਰ ਬਾਦਲ ਜੀ, ਬਾਰੇ ਤੁਸੀਂ ਲੰਬੀ ਦਾ ਕਿਆਫਾ ਲਾ ਰਹੇ ਹੋ ਸਕਦਾ ਕਿਉਂਕਿ ਉੱਥੇ ਉਹਨਾਂ ਨੇ ਆਪ ਨਹੀਂ ਸੀ ਕਿਹਾ ਕਿ ਅਸੀਂ ਬਾਦਲ ਪਰਿਵਾਰ ਦਾ ਹੀ ਮੈਂਬਰ ਕੋਈ ਆਏਗਾ। ਜੀ। ਤਾਂ ਮੇਰੇ ਖਿਆਲ ਦੇ ਨਾਲ ਜੇ ਸੁਖਬੀਰ ਬਾਦਲ ਲੜਨਗੇ ਤਾਂ ਦੋ ਥਾਵਾਂ ਤੋਂ ਵੀ ਲੜ ਸਕਦੇ ਆ ਗੁਰਪ੍ਰੀਤ। ਹੂੰ, ਜੀ। ਉਹਨਾਂ ਠੀਕ ਨੇ ਹੈ ਨਾ ਵੀ ਜੀ? ਲਾਇਆ ਸੀ ਵੈਸੇ ਵੀ। ਹਾਂਜੀ ਹਾਂਜੀ ਹਾਂਜੀ। ਤਾਂ ਇਸ ਕਰਕੇ ਹੂੰ, ਮੇਰੇ ਖਿਆਲ ਦੇ ਨਾਲ ਕਾਫੀ ਅਗਾਊ ਹੈ ਇਸ ਬਹਿਸ ਨੂੰ, ਪਰ ਜੋ ਗੱਲਬਾਤ ਛਿੜ ਰਹੀ ਹੈ ਦਿਲਚਸਪ ਇਸ ਗੱਲੋਂ ਹੈ ਕਿ ਵੰਸ਼ਵਾਦ, ਪਰਿਵਾਰਵਾਦ, ਇਹਨਾਂ ਗੱਲਾਂ ਤੇ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਬਹੁਤ ਘਿਰਦੇ ਆ, ਉਹਨਾਂ ਤੇ ਨਿਸ਼ਾਨੇ ਹੋਰ ਤਿੱਖੇ ਹੋਣਗੇ। ਹੂੰ, ਜੀ। ਵੇਖਾਂਗੇ ਬਣਦਾ ਕੀ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਭੁੱਲਰ ਨੇ ਕਹਿੰਦੇ ਵੀ ਸਪੈਸ਼ਲ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਲਾਈ ਹੈ। ਜ਼ਮਾਨਤ ਵੈਸੇ ਲੰਬਾ ਹੀ ਪੈਂਡਾ ਹੋ ਗਿਆ ਹੁਣ ਲੱਗਦਾ। ਹਾਂਜੀ, ਜ਼ਮਾਨਤ ਦਾ ਪੈਂਡਾ ਫਿਰ ਕਈ ਚੀਜ਼ਾਂ ਤੇ ਨਿਰਭਰ ਕਰਦਾ ਹੁੰਦਾ ਹੈ ਗੁਰਪ੍ਰੀਤ, ਕਿ ਕੇਸ ਕੀ ਹੈ, ਕੇਸ ਦੇ ਵਿੱਚ ਚਾਰਜ ਸ਼ੀਟ ਕਦੋਂ ਫਾਈਲ ਹੁੰਦੀ ਆ, ਤੇ ਬਾਹਰ ਆ ਕੇ ਬੰਦਾ ਕੇਸ ਨੂੰ ਕਿੰਨਾ ਕੁ ਪ੍ਰਭਾਵਿਤ ਕਰਨ ਦਾ ਦਮ ਜਾਂ ਅੰਦੇਸ਼ਾ ਰੱਖਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਜ਼ਮਾਨਤ ਲਈ ਵੇਖੀਆਂ ਜਾਂਦੀਆਂ। ਵੈਸੇ ਜ਼ਮਾਨਤ ਕਿਸੇ ਵੀ ਬੰਦੇ ਦਾ ਆਪਣਾ ਜਿਹੜਾ ਹੈ ਉਹ ਅਧਿਕਾਰ ਹੈ, ਉਸਦੀ ਵਰਤੋਂ ਉਹਨੇ ਕਰਨੀ ਹੁੰਦੀ ਆ, ਕੋਰਟ ਵੀ ਉਹ ਕਰਵਾਉਂਦਾ ਹੈ। ਪਰ ਕਿਉਂਕਿ ਭੁੱਲਰ ਜਿਹੜਾ ਇਹ ਸਾਬਕਾ ਪੁਲਿਸ ਅਧਿਕਾਰੀ ਆ, ਇਹ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਤੁਹਾਡਾ ਮਾਮਲਾ ਤੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ, ਜਾਓ ਜਰਾ ਹੇਠਲੀ ਕੋਰਟ ਦਾ ਗੇੜਾ ਕੱਢ ਕੇ ਆਓ। ਤਾਂ ਗੱਲ ਇਹ ਹੈ ਕਿ ਜੀ, ਹੁਣ ਇਹਦੇ ਬਾਬਤ ਸ਼ੁੱਕਰਵਾਰ 19 ਦਸੰਬਰ ਨੂੰ ਜਦੋਂ ਇਹ ਸੁਣਵਾਈ ਹੋਈ, ਤਾਂ ਇਹ ਇਨਕਾਰ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਉਹ ਪਟੀਸ਼ਨ ਵਾਪਸ ਲੈ ਲਈ ਸੀਗੀ, ਤੇ ਹੁਣ ਇਹਨਾਂ ਨੇ ਰੁਖ ਕੀਤਾ ਹੈ ਬਈ ਜਾ ਕੇ ਸੀਬੀਆਈ ਕੋਰਟ ਦੇ ਵਿੱਚ। ਹੁਣ ਕਿਉਂਕਿ ਸੀਬੀਆਈ ਕੋਰਟ ਜੇ ਰਿਜੈਕਟ ਕਰੇਗੀ ਤਦੇ ਹੀ ਹਾਈ ਕੋਰਟ ਜਾਓਗੇ ਨਾ ਤੁਸੀਂ। ਜੀ, ਸੋ ਇਸ ਵਾਸਤੇ ਹੋ ਸਕਦਾ ਕਿ ਦਵਾ ਦਬ ਰਿਜੈਕਸ਼ਨ ਲੈਣ ਦਾ ਇਹ ਯਤਨ ਕਰਨ। ਤਾਂ ਫਿਲਹਾਲ ਇਹਦੇ ਵਿੱਚ ਇੱਕ ਪੇਚ 'ਚ ਹਾਲੇ ਵੀ ਫਸਿਆ ਹੋਇਆ। ਇਹ ਵਾਰ-ਵਾਰ ਚੈਲੰਜ ਕਰਦੇ ਨੇ, ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਵੇਖੋ ਜੀ, ਸਾਡੀ ਗ੍ਰਿਫਤਾਰੀ ਗਲਤ ਆ। ਤਾਂ ਫਿਲਹਾਲ ਉਸ ਮਾਮਲੇ 'ਚ ਕੋਈ ਵੀ ਸਫਲਤਾ ਹਾਸਲ ਨਹੀਂ ਹੋ ਸਕੀ। ਹਾਂ, ਸੀਬੀਆਈ ਵੀ ਇਸ ਗੱਲੋਂ ਅਸਫਲ ਰਹੀ ਆ ਕਿ ਉਹਨਾਂ ਨੇ ਇਸ ਧੰਦੇ ਦੇ ਵਿੱਚ ਜਾਂ ਇਸ ਨੈਟਵਰਕ ਦੇ ਵਿੱਚ ਕੋਈ ਅਗਾਂਹ ਕਦਮ ਨਹੀਂ ਪੁੱਟਿਆ। ਮਤਲਬ ਜੀ, ਕਿ ਪਹਿਲਾਂ ਕਿਹਾ ਗਿਆ ਜੀ ਕੁਝ ਕਾਲਾਂ ਨੇ ਸਾਡੇ ਕੋਲ ਕੁਝ ਫਲਾਂ ਟਮਕਾ, ਪਰ ਭੁੱਲਰ ਤੋਂ ਅੱਗੇ ਉਹ ਕਦਮ ਨਹੀਂ ਪੁੱਟ ਸਕੇ। ਇਹ ਸੀਬੀਆਈ ਦੀ ਵੀ ਅਸਫਲਤਾ, ਔਰ ਸੀਬੀਆਈ ਦੀ ਅਸਫਲਤਾ ਅੰਕੜਿਆਂ 'ਚ ਬੋਲਦੀ ਆ ਕਿ ਈਡੀ ਸੀਬੀਆਈ ਇਹ ਕੇਸ ਬਹੁਤ ਸਾਰੇ ਰਜਿਸਟਰਡ ਕਰਦੇ ਆ, ਪਰ ਇਹਨਾਂ ਦੇ ਕੇਸ ਤੁਸੀਂ ਉਹ ਦੇਖ ਲਓ ਈਡੀ ਦੀ ਸਜ਼ਾ ਦਾ,
ईडी ਦੀ ਸਜ਼ਾ ਦਰ ਤੇ ਮੈਨੂੰ ਲੱਗਦਾ ਮਸਾ 1.5% ਵੀ ਨਹੀਂ ਹੋਣੀ। ਜੀ। ਸੋ ਦੈਟ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਸੀਬੀਆਈ ਵਾਸਤੇ ਵੀ ਜਿਹੜਾ ਨਾ ਮਸਲਾ ਉਹ ਥੋੜਾ ਜਿਹਾ ਟੇਢਾ ਹੀ ਹੋ ਜਾਂਦਾ ਕਿ ਤੁਸੀਂ ਠੀਕ ਆ ਢੋਲ ਢਮੱਕੇ ਦੇ ਨਾਲ ਬੰਦਾ ਚੱਕਦੇ ਹੋ, ਪਰ ਬਾਅਦ ਦੇ ਵਿੱਚ ਗੱਲ ਉੱਥੇ ਹੀ ਜਲੇਬੀ ਬਣ ਜਾਂਦੀ ਹੈ, ਗੋਲ-ਮੋਲ ਹੋ ਜਾਂਦੀ ਹੈ। ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਅਮਰ ਸਿੰਘ ਚਾਹਲ ਹੁਣਾਂ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਹੈ ਜੀ। ਵੈਸੇ ਕਈ ਜਗ੍ਹਾ ਖਬਰਾਂ ਤਾਂ ਚੱਲੀ ਜਾਂਦੀਆਂ ਨੇ ਵੀ ਭਾਈ ਉਹ ਚੜ੍ਹਾਈ ਕਰ ਗਏ ਨੇ। ਦੇਖੋ ਫਿਰ ਇੱਕ ਵਾਰੀ ਆਪਾਂ ਜ਼ਿੰਮੇਵਾਰ ਅਦਾਰੇ ਦੇ ਹੋਣ ਦੇ ਨਾਤੇ ਕਹਿ ਸਕਦੇ ਹਾਂ ਕਿ ਜਦੋਂ ਤੱਕ ਕੋਈ ਪੁਸ਼ਟੀ ਨਹੀਂ ਹੁੰਦੀ, ਪਰਿਵਾਰਕ ਹੂੰ, ਪੁਸ਼ਟੀ, ਵੈਸੇ ਮੈਂ 2 ਚੀਜ਼ਾਂ ਦੇਖੀਆਂ, ਰਾਜਵੀਰ ਜਵੰਦਾ ਐਂਡ ਜੀ, ਧਰਮਿੰਦਰ ਦੇ ਮਾਮਲੇ 'ਚ। ਤਾਂ ਧਰਮਿੰਦਰ ਦੇ ਮਾਮਲੇ 'ਚ ਵੀ ਮੈਂ ਪੋਸਟ ਪਾਤੀ ਸੀਗੀ ਜੀ, 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 ਸ਼ੇਅਰ ਕੀਤੀ ਸੀ, ਸ਼ਰਧਾਂਜਲੀ ਸ਼ੇਅਰ ਕੀਤੀ ਸੀ ਤੇ ਫਿਰ ਮੈਨੂੰ ਕਾਫੀ ਟਰੋਲ ਕੀਤਾ ਗਿਆ। ਤਾਂ ਮੈਂ ਉਸ ਦਿਨ ਕੁਛ ਨਹੀਂ ਬੋਲਿਆ, ਪਰ ਜਿਸ ਦਿਨ ਸੱਚੀਓ ਕੁਝ ਦਿਨ ਬਾਅਦ ਫਿਰ ਜਾ ਕੇ ਚੋਰੀ-ਚੋਰੀ ਹੇਮਾ ਮਾਲਿਨੀ ਉਹਨਾਂ ਨੇ ਮਤਲਬ ਕਿ ਸੰਸਕਾਰ ਕੀਤਾ ਤੇ ਪਤਾ ਲੱਗਿਆ, ਤਾਂ ਮੈਂ ਫਿਰ ਜੀ, ਉਸ ਵੇਲੇ ਖੁੱਲ ਕੇ ਦੱਸਿਆ ਸੀਗਾ ਰਾਜਵੀਰ ਜਵੰਦੇ ਵਾਂਗੂ ਕਿ ਕਈ ਵਾਰ ਫੈਮਲੀਜ਼ ਜਿਹੜੀਆਂ ਹੁੰਦੀਆਂ ਨੇ, ਪਰਿਵਾਰ ਹੁੰਦੇ ਨੇ, ਉਹ 2 ਧੜਿਆਂ 'ਚ ਵੰਡ ਜਾਂਦੇ ਨੇ। ਜੀ, ਸਮਝਦੇ ਹੋ ਨਾ ਤੁਸੀਂ? ਤਾਂ ਮਤਲਬ ਕਿ ਜਿਵੇਂ ਧਰਮਿੰਦਰ ਦੇ ਤਾਂ ਪਰਿਵਾਰ ਹੀ 2 ਸੀਗੇ। ਜੀ, ਤਾਂ ਹੇਮਾ ਮਾਲਿਨੀ ਨੇ ਮਤਲਬ ਕਿ ਧਰਮਿੰਦਰ ਦੇ ਸੱਚ ਨੂੰ ਜਾਂ ਕਹਿ ਲਓ ਕਿ ਕੋਸ਼ਿਸ਼ਾਂ ਨੂੰ ਕੁਛ ਹੱਦ ਤੱਕ ਆਪਣੇ ਕੰਟਰੋਲ 'ਚ ਰੱਖਿਆ। ਰਾਜਵੀਰ ਜਵੰਦਾ ਦਾ ਵੀ ਸਾਨੂੰ ਪਤਾ ਸੀਗਾ ਕਿ ਕਿੱਦਾਂ ਫੈਮਿਲੀ ਦੇ ਕੁਛ ਮੈਂਬਰ ਡਾਕਟਰਾਂ ਦਾ ਕਹਿਣਾ ਮੰਨ ਰਹੇ ਸੀ, ਪਰ ਕੁਝ ਚਾਂਸ ਲੈਣਾ ਚਾਹੁੰਦੇ ਸੀ। ਜੀ, ਤਾਂ ਇਸ ਤਰ੍ਹਾਂ ਹੁੰਦਾ ਹੈ। ਸੋ ਇਸ ਕਰਕੇ ਜਦੋਂ ਤੱਕ ਕੋਈ ਪੁਸ਼ਟੀ ਨਹੀਂ ਹੁੰਦੀ, ਆਪਾਂ ਇਹਦੇ ਤੇ ਗੱਲ ਕਰਦੇ ਹਾਂ ਕਿ ਆਈਸੀਯੂ ਦੇ ਵਿੱਚ ਸ਼ਿਫਟ ਸ਼ੁਰੂ ਕੀਤਾ ਗਿਆ। ਚਲੋ ਠੀਕ ਆ, ਕੁਝ ਖਬਰਾਂ ਜੇ ਆ ਰਹੀਆਂ ਨੇ ਤਾਂ ਅਪੁਸ਼ਟ ਨੇ, ਪੁਸ਼ਟੀ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਨਹੀਂ ਹੋਈ ਅਧਿਕਾਰਤ ਤੌਰ ਤੇ। ਜੇ ਕੋਈ ਹੋਈ ਹੈ ਤੇ ਤੁਸੀਂ ਮੈਨੂੰ ਅਪਡੇਟ ਕਰ ਦੇਣਾ। ਪਰ ਇਸ ਘਟਨਾ ਤੋਂ ਇੱਕ ਸਬਕ ਜਿਹੜਾ ਪੰਜਾਬੀਆਂ ਨੂੰ ਸਿੱਖਣ ਦੀ ਜ਼ਰੂਰਤ ਆ ਕਿ ਭਾਈ ਤੁਸੀਂ ਆ ਜਿਹੜੇ ਇਨਵੈਸਟਮੈਂਟ ਦੇ ਗੁਰੂ ਬਣੇ ਫਿਰਦੇ ਨੇ, ਗੁਰੂ ਘੰਟਾਲ ਫਿਰਦੇ ਨੇ, ਤੁਹਾਨੂੰ ਗਿਆਨ ਵੰਡਦੇ ਨੇ ਫੇਸਬੁੱਕ ਤੇ, ਜਾਂ ਤੁਸੀਂ ਐਂਟਰੀ ਮਾਰਦੇ ਹੋ WhatsApp ਗਰੁੱਪਾਂ ਦੇ ਵਿੱਚ ਕਿ ਇੱਥੋਂ ਟ੍ਰੇਡਿੰਗ ਦੀ ਸਕਿੱਲ ਹਾਸਲ ਕਰ ਸਕਾਂਗਾ, ਇੱਥੋਂ ਏਦਾਂ, ਇਹਨਾਂ ਦੇ ਆਖੇ ਨਾ ਲੱਗ ਜਿਓ। ਚਾਲ ਨੇ ਇਹੀਓ ਗਲਤੀ ਕੀਤੀ, ਇਹਨੇ ਐਪ ਡਾਊਨਲੋਡ ਕੀਤੀ, ਉਹਨਾਂ ਨੇ ਡੁਪਲੀਕੇਟ ਯਾਨੀ ਸਾਰੀ ਐਪ ਜਿਹੜੀ ਬਣਾਈ ਹੋਈ ਸੀਗੀ, ਉਹਨਾਂ ਨੇ ਆਪਦਾ ਹੀ ਡੈਸ਼ਬੋਰਡ ਸੀ, ਆਪਦਾ ਹੀ ਉਹਦਾ ਕੰਟਰੋਲ ਸੀ, ਆਪਦੇ ਹੀ ਉਹਨਾਂ ਦੇ ਫਿਗਰ ਸੀ, ਤੁਹਾਨੂੰ ਦਿਖਾਈ ਜਾਂਦੇ ਆ ਕਿ ਤੁਸੀਂ ਕਰੋੜ ਲਾਇਆ, 1 ਕਰੋੜ 47 ਲੱਖ ਤੁਹਾਨੂੰ ਮੁਨਾਫਾ ਸ਼ੋਅ ਹੋ ਜਾਏਗਾ, ਤਾਂ ਤੁਸੀਂ ਕਹੋਗੇ 47% ਰਿਟਰਨ, ਤੇ ਤੁਸੀਂ ਤੇ ਜੀ, ਸੋਚੋਗੇ ਕਿ ਸਾਰੇ ਪਿੰਡ ਦਾ ਪੈਸਾ ਹੀ ਲਾ ਦੇਵਾਂ। ਜੀ, ਤਾਂ ਬਿਲਕੁਲ, ਬਿਲਕੁਲ, ਜਦੋਂ ਤੁਸੀਂ ਮੈਕਸਿਮਮ ਲਾ ਲਿਆ, ਬਸ ਗਏ। ਉਸ ਵੇਲੇ ਫਿਰ ਜਦੋਂ ਤੁਸੀਂ ਵਿਦਡਰਾ ਕਰਦੇ ਹੋ, ਚਾਹਲ ਨਾਲ ਵੀ ਇਹੋ ਹੋਇਆ, ਵਿਦਡਰਾ ਕਰਨ ਵੇਲੇ ਉਹਨਾਂ ਨੇ ਕਿਹਾ ਕਿ ਤੁਹਾਡੇ ਚਾਰਜਸ ਬਣਦੇ ਨੇ 2.5 ਕਰੋੜ ਰੁਪਈਆ, ਫਿਰ ਲੈ ਲਿਆ ਉਹਨਾਂ ਨੇ। ਜੀ। ਤੋ ਇਸ ਵਾਸਤੇ ਇਹ ਸਬਕ ਸਿੱਖਣ ਦੀ ਜ਼ਰੂਰਤ ਆ। ਬਾਕੀ ਅਸੀਂ ਤੇ ਕਾਮਨਾ ਕਰਦੇ ਹਾਂ ਕਿ ਖਬਰ ਸਹੀ ਨਾ ਹੋਵੇ, ਪਰ ਤੁਸੀਂ ਹੁਣ ਤੱਕ ਜੇ ਕਿਤੇ ਪੁਸ਼ਟੀ ਕਰ ਸਕਦੇ ਹੋ ਤਾਂ ਜ਼ਰੂਰ ਕਰ ਲੈਣਾ ਜੀ। ਜੀ ਨਹੀਂ, ਬਸ ਕੁਝ ਕੁ ਪੋਸਟਾਂ ਦੇਖੀਆਂ ਨੇ ਲਗਾਤਾਰ ਫਲੋਟ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਕਹੀ ਜਾਂਦੇ ਨੇ, ਪਰ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ। ਇਸ ਤੋਂ ਅੱਗੇ ਚੱਲੀਏ ਤਾਂ ਲਗਾਤਾਰ ਵੋਟਰਾਂ ਦੇ ਉੜਨ ਦੀਆਂ ਚਰਚਾਵਾਂ ਆ ਰਹੀਆਂ ਨੇ ਵੱਖ-ਵੱਖ ਸਟੇਟਾਂ ਦੇ ਵਿੱਚੋਂ, ਜਿੱਥੇ ਕਿ ਇਲੈਕਸ਼ਨਾਂ ਵਾਲੀਆਂ ਲਾਗੇ ਹੁੰਦੀਆਂ ਨੇ, ਉੱਥੇ ਜ਼ਿਆਦਾ ਵੋਟਰ ਗੈਪ ਹੋ ਰਹੇ ਨੇ ਸੂਚੀ ਦੇ ਵਿੱਚੋਂ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਹੈ SIR, ਉਹ ਫੱਟੇ ਚੱਕੀ ਆਉਂਦੀ ਹੈ ਜੀ। ਹੁਣ ਫੇਰ ਕਹਿੰਦੇ ਲੱਖਾਂ ਵੋਟਰ ਉੜ ਗਏ। ਹਾਂ, ਤੁਸੀਂ ਉਹ ਗਾਣਾ ਪਿੱਛੇ ਜੇ ਸੁਣਿਆ ਨਾ, ਵੇ ਮੈਂ ਕਰਕੇ ਫਲਾਈ ਆਵਾਂ, ਤੇ ਇਹ ਤੇ ਜੀ, ਵੋਟਰ ਕਹਿ ਸਕਦੇ ਆ ਕਿ ਅਸੀਂ ਕਰਕੇ ਫਲਾਈ ਜਾਵਾਂ। ਤਾਂ ਵੋਟਰ ਜੀ, ਧੜਾ ਧੜ ਜਾ ਰਹੇ ਆ। SIR ਦੇ ਵਿੱਚ MP ਚ 42,74,000, ਛੱਤੀਸਗੜ੍ਹ ਚੋਂ 37 ਲੱਖ ਇੰਨੇ ਨਾਂ ਕੱਟ ਦਿੱਤੇ ਗਏ ਨੇ ਜੀ। ਕੇਰਲ ਦੇ ਵਿੱਚ 24 ਲੱਖ, ਤੇ ਇਸ ਤੋਂ ਪਹਿਲਾਂ 7 ਸਟੇਟਾਂ ਦੇ ਵਿੱਚ 2 ਕਰੋੜ 70 ਲੱਖ ਮਤਦਾਤਾ ਕਹਿ ਲਓ ਜਾਂ ਵੋਟਰ ਕਹਿ ਲਓ ਕਿ ਕੱਟਿਆ ਜਾ ਚੁੱਕਾ ਹੈ। ਤਾਂ ਜੋ ਡਰਾਫਟ ਹੈ, ਡਰਾਫਟ ਦੇ ਵਿੱਚ ਆਪਾਂ ਵੇਖੀਏ ਤਾਂ ਕੇਰਲ 2 ਕਰੋੜ 78 ਲੱਖ, ਤੇ ਉਹਦੇ ਵਿੱਚੋਂ 24 ਲੱਖ 8 ਹਜ਼ਾਰ ਕੱਟੇ ਗਏ। ਜੀ, ਫਿਰ ਛੱਤੀਸਗੜ੍ਹ ਡਰਾਫਟ 2 ਕਰੋੜ 12 ਲੱਖ ਵਿੱਚੋਂ 27 ਲੱਖ 34 ਹਜ਼ਾਰ ਨਾ ਕੱਟੇ ਗਏ। ਮੱਧ ਪ੍ਰਦੇਸ਼
ਡਰਾਫਟ ਪੌਣੇ 5 ਕਰੋੜ, ਨਾਮ ਕੱਟੇ ਗਏ 42,74,000। ਤਾਂ ਇਦਾਂ ਇੱਕ ਜੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਗੱਲ ਕਰੀਏ ਤਾਂ ਹਿਸਾਬ ਲਾ ਲਓ ਕਿ 3,10,000 ਵੋਟਰ ਚੋਂ 64,000 ਵੋਟਰ ਕੱਟੇ ਗਏ ਉੱਥੇ, ਹਿਸਾਬ ਜੀ, ਲਾ ਲਓ। ਤਾਂ ਇਦਾਂ ਜੇ ਆਪਾਂ ਪੱਛਮੀ ਬੰਗਾਲ ਦੀ ਗੱਲ ਕਰੀਏ 58,20,898 ਵੋਟਰਾਂ ਦੇ ਨਾਂ ਹਟਾਏ ਗਏ ਨੇ। ਜੀ, ਤਾਂ ਇਹਨਾਂ ਦੇ ਵਿੱਚ ਸ਼ਾਇਦ 24,16,852 ਜਿਹੜੇ ਆ ਉਹ ਮਰੇ ਵੋਟਰ ਪਾਏ ਗਏ ਨੇ। ਤਾਂ ਮੈਨੂੰ ਇੱਕ ਜੀ, ਗੱਲ ਦੀ ਸਮਝ ਨਹੀਂ ਆਈ ਗੁਰਪ੍ਰੀਤ, ਜਦੋਂ BLO ਜਾਂ ਅੱਜ ਕੱਲ ਡਿਜੀਟਲਾਈਜੇਸ਼ਨ ਦਾ ਯੁੱਗ ਹੈ ਤਾਂ ਮਰੇ ਬੰਦਿਆਂ ਦੀ ਇੰਨੀ ਜ਼ਿਆਦਾ ਗਿਣਤੀ ਜਿਹੜੀ ਉਹ ਰਹਿ ਜਾਂਦੀ ਹੈ ਕਿ ਤੁਸੀਂ ਬਾਅਦ ਚ ਅਪਡੇਟ ਕਰਦੇ ਹੋ, ਬਹੁਤ ਵੱਡੀ ਗੱਲ ਹੈ। ਕਿਉਂਕਿ BLO ਦੇ ਕੋਲ ਜੋ ਵੀ ਹੁੰਦਾ, ਜਿਹੜਾ ਵੀ ਨਵਾਂ ਵੋਟਰ ਆਉਂਦਾ ਹੈ ਜਾਂ ਕੋਈ ਮਰ ਜਾਂਦਾ ਹੈ ਤਾਂ ਉਹਦਾ ਫਰਜ਼ ਬਣਦਾ ਹੈ ਉਹ ਆਪਣੇ ਆਪ ਹੀ ਉਹਦੇ ਚੋਂ ਡਿਲੀਸ਼ਨ ਕਰਵਾ ਦਿੰਦਾ ਹੈ। ਜੀ, ਪਰ ਅਸਲ ਦੇ ਵਿੱਚ ਭਾਜਪਾ ਨੇ ਇਹ ਇੱਕ ਨਵਾਂ ਮੇਰੇ ਖਿਆਲ ਦੇ ਨਾਲ ਚਾਂਸ ਲੈਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਹੂੰ, ਦੇ ਵਿੱਚ ਇਹਨਾਂ ਨੇ ਵੋਟਰ ਐਡ ਕੀਤੇ ਸਨ, ਬਿਹਾਰ ਚੋਂ ਵੋਟਰ ਮਾਈਨਸ ਕੀਤੇ, ਘਟਾਏ ਉਸ। ਤੇ ਇਹਨਾਂ ਸਟੇਟਾਂ ਦੇ ਵਿੱਚ ਵੀ ਜੇ ਤੁਸੀਂ ਬੰਗਾਲ ਦੇਖੋਗੇ ਜਿੱਥੇ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਜੇ ਕੱਲ ਨੂੰ ਇਹ ਅੰਕੜਾ ਸਾਹਮਣੇ ਆਉਂਦਾ ਹੈ ਕਿ ਮੁਸਲਮਾਨ ਇਲਾਕਿਆਂ ਦੇ ਵਿੱਚ ਜ਼ਿਆਦਾ ਵੋਟ ਕੱਟੀ ਜਾਂਦੀ ਹੈ, ਕਿਉਂਕਿ ਉੱਥੇ ਜੀ, 30% ਮੁਸਲਮ ਵਸੋਂ ਹੀ ਹੈ ਨਾ ਲਗਭਗ, ਬਹੁਤ ਜੀ, ਵੱਡਾ ਇੱਕ ਮੈਟਰ ਬਣ ਜਾਂਦਾ ਹੈ ਨਾ। ਤਾਂ ਉਹਦੇ ਵਿੱਚ ਹੀ ਫਿਰ ਅੱਗੇ ਕਮਿਊਨਲ ਐਂਗਲ ਆ ਜਾਂਦੇ ਆ, ਰਾਜਨੀਤਿਕ ਐਂਗਲ ਆ ਜਾਂਦੇ ਆ। ਬਹਰਹਾਲ ਇਹ ਇੱਕ ਵੇਖਣਯੋਗ ਗੱਲ ਹੋਏਗੀ ਕਿ ਜੇ ਜੀ, ਉਹਨਾਂ ਸੀਟਾਂ ਤੇ, ਜਿਨ੍ਹਾਂ ਸੀਟਾਂ ਤੇ ਮੁਸਲਿਮ ਵੋਟ ਦਾ ਪ੍ਰਭਾਵ ਹੈ, ਉਹ ਜ਼ਿਆਦਾ ਸੀਟਾਂ ਪ੍ਰਭਾਵੀ ਹੋ ਜਾਂਦੀਆਂ ਨੇ, ਇਸ ਮਾਰ ਹੇਠ ਜੀ, ਆ ਜਾਂਦੀਆਂ ਨੇ, ਤਾਂ ਰਿਜ਼ਲਟ ਬਦਲ ਜਾਣਗੇ। ਔਰ ਕੁਝ ਖਾਸ ਸੀਟਾਂ ਤੇ EVM ਨਾਲ ਵੀ ਮੇਰਾ ਮੰਨਣਾ ਕਿ ਥੋੜੀ ਖੇਡ ਹੋ ਸਕਦੀ ਹੈ, ਹੂੰ, ਥੋੜੇ ਪੱਧਰ ਜੀ, ਦੀ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਹੈ ਨਾ, ਭਾਜਪਾ ਨੇ ਇੱਕ ਰਸਤਾ ਕੱਢ ਲਿਆ। ਮੈਨੂੰ ਕਦੇ ਕਦੇ ਲੱਗਦਾ ਹੈ, ਉਹ ਜਿਵੇਂ ਇੱਕ ਫਿਲਮ ਦਾ ਡਾਇਲੋਗ ਹੈ ਨਾ, ਕभी कभी सलाम लगता है कि अपनी ची भगवान है। ਵੀ ਕਦੇ ਕਦੇ ਜੀ, ਇਦਾਂ ਲੱਗਦਾ ਕਿ ਇਹਨਾਂ ਨੇ ਜਾਣਾ ਹੀ ਨਹੀਂ, ਚੁੱਪ ਕਰਕੇ ਜੀ, ਬਹਿ ਜਾਓ, ਮਿੱਤਰਾਂ ਦਾ ਚੱਲਿਆ ਟਰੱਕ, ਚੁੱਪ ਕਰਕੇ ਬਹਿ ਜਾ। ਵੀ ਇਹ ਨਹੀਂ ਰੁਕਣਾ ਇਹਨਾਂ ਨੇ, ਇਹ ਜੀ, ਨਹੀਂ ਜਾਣਗੇ। ਕਿਉਂ? ਕਿਉਂਕਿ ਐਸਾ ਇਹਨਾਂ ਦੇ ਕੋਲ ਪ੍ਰਬੰਧ ਹੈ, ਐਸਾ ਅਦਾਰਿਆਂ 'ਚ ਇਹਨਾਂ ਦੀਆਂ ਗੋਟੀਆਂ ਦਾ ਫਿੱਟ ਹੋ ਜਾਣਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਹਿਲਾਉਣਾ ਐਡਾ ਮੁਸ਼ਕਲ ਆ। ਤਾਂ ਬਹਰਹਾਲ ਬਹੁਤ ਵੱਡੀ ਗਿਣਤੀ ਆ। ਵੈਸੇ ਤੇ SIR ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜੇ ਤੁਸੀਂ ਐਕਟ ਪੜ੍ਹੋਗੇ, ਐਕਟ ਦੇ ਵਿੱਚ ਕਿਤੇ ਵੀ ਪ੍ਰੋਵੀਜ਼ਨ ਤੁਹਾਨੂੰ ਨਹੀਂ ਲੱਭੇਗੀ ਸ਼ਾਇਦ। ਹੂੰ, ਜੀ। ਉਧਰ ਕਹਿੰਦੇ ਵੀ ਰਾਹੁਲ ਗਾਂਧੀ ਦੀ ਵਿਦੇਸ਼ ਤੋਂ ਇੱਕ ਵੀਡੀਓ ਆਈ ਹੈ, ਖਾਸੀ ਵਾਇਰਲ ਹੋ ਰਹੀ ਹੈ, ਇਸ ਕਿੰਨੀ ਕੁ ਸੱਚੀ ਹੈ ਤੇ ਕੀ ਹੈ ਇਸ ਦੇ ਵਿੱਚ ਜੀ? ਹਾਂਜੀ, ਦੇਖੋ ਵੀਡੀਓ ਵਾਇਰਲ ਹੋ ਰਹੀ ਹੈ ਰਾਹੁਲ ਗਾਂਧੀ ਦੀ। ਵੈਸੇ ਤੇ ਰਾਹੁਲ ਗਾਂਧੀ ਬਾਰੇ ਜਿਸ ਤਰ੍ਹਾਂ ਦੇ ਇਹ ਪੋਸਟਰ ਪਾਉਂਦੇ ਆ, ਕੁਝ ਲੋਕਾਂ ਨੂੰ ਸ਼ੱਕ ਹੋਏਗਾ ਕਿ ਕਿਤੇ ਦੂਜੀ ਵੀਡੀਓ ਨਾ ਆ ਗਈ ਹੋਵੇ, ਪਰ ਨਹੀਂ, ਹੂੰ, ਇਹ ਵੀਡੀਓ ਦੂਜੀ ਹੋਈ ਆ, ਮਤਲਬ ਕਿ ਦੂਜੀ ਨਹੀਂ ਦੂਜੀ ਹੋਈ ਆ। ਤੋ ਇਹਦੇ ਵਿੱਚ ਰਾਹੁਲ ਗਾਂਧੀ ਕਹਿ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਤੇ ਦੂਜਾ ਜੀ, ਵੱਡਾ ਉਹਨਾਂ ਦਾ ਬਿਆਨ ਹੈ ਕਿ ED ਤੇ CBI ਵਿਰੋਧੀ ਧਿਰ ਦੇ ਖਿਲਾਫ ਹਥਿਆਰ ਬਣ ਕੇ ਇਸਤੇਮਾਲ ਹੋ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਰਾਜਾਂ ਦੀ ਸਮਾਨਤਾ, ਬੋਲੀਆਂ ਦੀ, ਭਾਸ਼ਾਵਾਂ ਦੀ ਸਮਾਨਤਾ ਤੇ ਧਰਮਾਂ ਦੀ ਸਮਾਨਤਾ ਦੇ ਵਿਚਾਰ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ। ਤੇ ਭਾਰਤੀ ਜੀ, ਜਨਤਾ ਪਾਰਟੀ ਨੇ ਦੇਸ਼ ਦੀਆਂ ਸੰਸਥਾਵਾਂ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਮੈਂ ਤੁਹਾਨੂੰ ਆਹੀ ਕਹਿ ਕੇ ਹਟਿਆ ਨਾ, ਅਦਾਰੇ, ਸੰਸਥਾਵਾਂ। ਆਈਓ ਗੱਲ ਅੱਜ ਰਾਹੁਲ ਗਾਂਧੀ ਜਰਮਨ ਕਹਿ ਰਿਹਾ। ਤਾਂ ਗੱਲ ਇਹ ਆ ਕਿ ਠੀਕ ਹੈ, ਜਰਮਨ ਦੇ ਵਿੱਚ, US ਦੇ ਵਿੱਚ ਜਾ ਕੇ ਇਹਨਾਂ ਦੇ ਭਾਸ਼ਣ ਹੁੰਦੇ ਆ, ਵਾਇਰਲ ਵੀ ਹੁੰਦੇ ਆ, ਨੋ ਡਾਊਟ ਦਮਦਾਰ ਵੀ ਹੁੰਦੇ ਆ। ਪਰ ਦੇਖੋ, ਮਨਰੇਗਾ ਦਾ ਨਾਂ ਬਦਲਿਆ ਗਿਆ ਤੇ ਉਹਦੇ ਨਾਲ 8 8.5 ਕਰੋੜ ਜਿਹੜੇ ਜੌਬ ਹੋਲਡਰ ਸੀ, ਉਹ ਕਿਤੇ ਨਾ ਕਿਤੇ ਪ੍ਰਭਾਵ ਹੇਠ ਆਉਣਗੇ। ਕਿੰਨੇ ਆਉਂਦੇ ਜੀ, ਐਗਜ਼ੈਕਟ ਉਹ ਆਪਾਂ ਗਾਂਹ ਜਾ ਕੇ ਦੇਖਾਂਗੇ। ਪਰ ਮੇਰੇ ਖਿਆਲ ਦੇ ਨਾਲ ਏਡੀ ਵੱਡੀ ਯੋਜਨਾ ਤੇ SC ST ਵੋਟਰਸ ਨੂੰ ਪ੍ਰਭਾਵਿਤ ਕਰਨ ਦੀ ਇਸ ਕਹਾਣੀ ਤੇ ਕਾਂਗਰਸ ਜ਼ਿਆਦਾ ਨਹੀਂ ਕਰ ਸਕੀ। ਰਾਹੁਲ ਗਾਂਧੀ ਜੀ, ਬਾਹਰ ਸਨ, ਇਹਨਾਂ ਨੇ PC ਵਗੈਰਾ ਜ਼ਰੂਰ ਕੀਤੀਆਂ, ਪਰ ਇਹ ਲੜਾਈ ਤੁਹਾਨੂੰ ਨਾ ਜਿਹੜੀ ਹੈ ਉਹ ਗਰਾਊਂਡ ਤੇ ਉਤਰ ਕੇ ਹੀ ਲੜਨੀ ਪਵੇਗੀ। ਮਹਾਰਾਸ਼ਟਰ ਚ ਵੇਖੋ ਸਰ, ਉੱਥੇ ਚੌਪਰ ਇਸਤੇਮਾਲ ਹੋ ਰਹੇ ਆ ਕੌਂਸਲਰਾਂ ਦੀ ਜੀ, ਚੋਣ ਦੇ ਵਿੱਚ, ਜੀ, ਹਿਸਾਬ ਲਾ ਲਓ।
ਜਹਾਜ਼ ਇਸਤੇਮਾਲ ਹੋਏ ਨੇ। ਇੱਕ ਇੱਕ ਸੀਟ ਤੇ 50-50 100-100 ਕਰੋੜ ਦੀ ਗੇਮ ਹੋਈ ਆ। ਉਹ ਇੰਨਾ ਪੈਸਾ ਪਾ ਰਹੇ, ਤੁਸੀਂ ਉਹਨਾਂ ਦੇ ਮੁਕਾਬਲੇ ਹੀ ਨਹੀਂ ਖੜ ਸਕਦੇ ਸਰ। ਇਸ ਕਰਕੇ ਜਾਂ ਤੇ ਲੜਾਈ ਲੜੋ ਤੇ ਜਾਂ ਚੁੱਪ ਕਰੋ ਬਸ। ਹੁਣ ਤੇ ਫੰਡਾ ਇਸ ਤਰ੍ਹਾਂ ਦਾ ਹੀ ਨਜ਼ਰ ਆਉਂਦਾ ਇਹਨਾਂ ਦਾ। ਬਿਲਕੁਲ ਸਿੱਧਾ ਕੰਮ ਹੈ। ਜਿੱਥੇ SIR ਨਹੀਂ ਚੱਲਦੀ ਉੱਥੇ ਸਿੱਧੀ ਮਸ਼ੀਨ ਚੱਲ ਜਾਂਦੀ ਹੈ ਤੇ ਬਾਕੀ ਹੋਰ ਹੱਥ-ਘੰਟੇ ਬੜੇ ਨੇ, ਨਹੀਂ ਤੇ ਨਹੀਂ, ਜਿੱਥੇ ਮਸ਼ੀਨ ਨਾ ਮਸ਼ੀਨ ਵੀ ਚੱਲੇ ਨਾ ਤਾਂ ਚੱਲੇ ਉੱਥੇ ਉਹਨਾਂ ਦੀ ਮਸ਼ੀਨਰੀ ਚੱਲ ਜਾਂਦੀ ਹੈ, ਜਹਾਜ਼ ਮਸ਼ੀਨਰੀ ਵਗੈਰਾ। 'ਚ ਮਸ਼ੀਨਰੀ, ਜਹਾਜ਼ ਤੇ ਪੈਸਾ ਅੰਨ੍ਹੇਵਾਹ। ਚਲੋ ਸਾਰੀਆਂ ਚੀਜ਼ਾਂ ਨੇ। ਵੈਸੇ ਮੈਂ ਦੇਖ ਰਿਹਾ ਸੀ, ਮੈਂ ਸੁਣ ਰਿਹਾ ਸੀ ਸੀਨੀਅਰ ਪੱਤਰਕਾਰਾਂ ਨੂੰ ਗੱਲ ਕਰ ਰਹੇ ਸੀ ਵੀ ਭਾਈ ਜਿਹੜਾ ਇਹ ਚੋਣ ਬੌਂਡ ਪਹਿਲਾਂ ਇਹ ਇਕੱਠੇ ਕਰ ਰਹੇ ਸੀ, ਉਹਨਾਂ ਦਾ ਕੋਈ ਵੇਰਵਾ ਨਹੀਂ ਤੇ ਉਹ ਖਤਮ ਹੋਣ ਜਾਣ ਦੇ ਬਾਅਦ ਵੀ ਲਗਾਤਾਰ ਪੈਸਾ ਆਈ ਜਾਂਦਾ ਹੈ। ਮੇਰੀ ਕਹਾਣੀ ਵੰਡ ਹੈ। ਇੱਕ ਪਾਸੇ ਵਿਅਕਤੀ ਜਿਹੜਾ ਸਿਰਫ ਵੋਟ ਪਾਉਣ ਦਾ ਅਧਿਕਾਰ ਹੀ ਰਹਿ ਗਿਆ, ਉਹਦੇ ਕੋਲੋਂ ਲੜ ਤਾਂ ਸਕਦਾ ਨਹੀਂ, ਮੈਦਾਨ 'ਚ ਉਤਰ ਤਾਂ ਸਕਦਾ ਨਹੀਂ ਜੇ ਉਹ ਚਾਹੇ ਵੀ ਮੈਂ ਇਲੈਕਸ਼ਨ ਲੜਨੀ ਹੈ। ਦੂਜੇ ਪਾਸੇ ਧੜੱਲੇ ਦੇ ਨਾਲ ਪਾਰਟੀਆਂ ਦੇ ਫੰਡ ਵੱਧ ਰਹੇ ਨੇ ਤੇ ਉਹ ਖੁੱਲ੍ਹ ਖੇਡ ਕਰ ਰਹੇ ਨੇ ਪੂਰੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।